वाहिगुरु जी का खालसा वाहिगुरु जी की फतेह। परम सत्कार गुरु रूप गुरु प्यारी साध संगत जी, आओ लड़ीवार शब्द विचार दे नाल जुड़ना करिए। मारू महला तीजा। जुग छत्ती कियो गुबारा, तू आपे जानहे सृजनहारा। हे सृजनहार, जगत रचना तो पहला बेअंत समा तू अजिही हालत बनाई रखी जो जीवां दी समझ तो परे है। जो जीवां दी समझ तो परे है। तू आप ही जानदा है कि वो हालत की सी इस जगत रचना तो पहला। उस गुबार दी बाबत, कूप धुंधुकारे दी बाबत कोई जीव कुछ भी नहीं कह सकता। फिर फरमान है, होर क्या को कहे कि आख वखाणे, तू आपे कीमत पाएदा। इस बारे होर कोई कुछ नहीं कह सकता भी किहो जी हालत सी इस जगत रचना तो पहला। कोई जीव आख के कुछ भी नहीं बयान कर सकता। तू आप ही उसकी असलीयत नूं जानदा है। होर कोई किसी ने इन्नू सोझी नहीं है भी किहो जी हालत होगी, किहो जा समा होगा। वो जदों यह सृष्टि नहीं सी इस रचन तो पहला। फिर फरमान है, ओंकार सब श्रेष्ठ उपाई, सब खेल तमाशा तेरी वडियाई। हे भाई, परमात्मा ने आप सारी सृष्टि पैदा की है। हे प्रभु, तेरा रचिया ये जगत संसार सारा खेल तमाशा है। तेरी ही वडियाई है। आपे वेक करे सब साचा, आपे भन कढ़ाए दा। हे भाई, परमात्मा आप ही सारे जीवां नूं वख-वख किस्मां दे बनाउंदा है। आप ही नाश करके आप ही पैदा करता है। फिर फरमान है, बाजीगर एक बाजी पाई, पूरे गुर ते नदरी आई। समझाउणा करदे हैं सतगुरु पातशाह। हे भाई, प्रभु बाजीगर ने इत्थे बाजीगर किनू क्या? उस अकाल पुरख नूं कहंदे। प्रभु बाजीगर ने ये जगत
ਇੱਕ ਤਮਾਸ਼ਾ ਰਚਿਆ ਹੋਇਆ ਹੈ, ਜਿਵੇਂ ਬਾਜੀਗਰ ਖੇਡ ਵਿਖਾਉਂਦੇ ਆ। ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਆ ਗਈ, ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਇਸ ਜਗਤ ਤਮਾਸ਼ੇ ਦੇ ਵਿੱਚ ਨਿਰਲੇਪ ਰਹਿੰਦਾ ਹੈ, ਉਲਝਦਾ ਨਹੀਂ, ਫਸਦਾ ਨਹੀਂ। ਸਦਾ ਅਲੇਪਤ ਰਹਿ ਗੁਰ ਸ਼ਬਦੀ, ਸਾਚੇ ਸੋ ਚਿਤ ਲਾਇਂਦਾ। ਫਿਰ ਜਿਹਨੂੰ ਸਮਝ ਆ ਗਈ ਗੁਰਬਾਣੀ ਦੇ ਰਾਹੀਂ, ਉਹ ਇਸ ਤਾਣੀ ਦੇ ਵਿੱਚ ਨਹੀਂ ਉਲਝਦਾ, ਇਸ ਜੰਜਾਲ ਦੇ ਵਿੱਚ, ਇਸ ਤਮਾਸ਼ੇ ਦੇ ਵਿੱਚ ਨਹੀਂ ਉਲਝਦਾ। ਇਹਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿ ਕੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਆਪਣੇ ਮਨ ਨੂੰ ਜੋੜੀ ਰੱਖਦਾ ਹੈ। ਫਿਰ ਫਰਮਾਨ ਹੈ, ਬਾਜੇ ਬਾਜੇ ਧੁਨ ਆਕਾਰ, ਆਪ ਵਜਾਏ ਵਜਾਵਣ ਹਾਰ। ਹੇ ਭਾਈ, ਇਹ ਸਾਰੇ ਦਿਸ ਰਹੇ ਸਰੀਰ ਮਿੱਠੀ ਸੁਰ ਨਾਲ ਮਾਨੋ ਵਾਜੇ ਵੱਜ ਰਹੇ ਹਨ। ਜਿੰਨੇ ਵੀ ਆ ਸਾਰੇ ਸਰੀਰ ਹੈ, ਇਹ ਸਮਝ ਲਓ, ਕਹਿੰਦੇ ਇੱਕ ਮਿੱਠੀ ਸੁਰ ਦੇ ਨਾਲ ਵਾਜੇ ਵੱਜ ਰਹੇ ਹੈ, ਤੇ ਵਜਾਉਣ ਦੀ ਸਮਰੱਥਾ ਵਾਲਾ ਪ੍ਰਭੂ ਆਪ ਹੀ ਇਹ ਸਰੀਰ ਵਾਜੇ ਨੂੰ ਵਜਾ ਰਿਹਾ ਹੈ। ਵਾਜਾ ਉਹਨਾਂ ਚਿਰ ਵੱਜਦਾ ਨਾ ਜਿੰਨਾ ਚਿਰ ਹਵਾ ਮਿਲਦੀ ਹੈ ਉਹਨੂੰ। ਜਦੋਂ ਹਵਾ ਮਿਲਣੋਂ ਹਟ ਜਾਂਦੀ ਹੈ, ਫਿਰ ਉਹਦੀ ਆਵਾਜ਼ ਨਿਕਲਣੋਂ ਵੀ ਹਟ ਜਾਂਦੀ ਹੈ। ਉਸੇ ਤਰ੍ਹਾਂ ਇਹ ਸਰੀਰ ਇੱਕ ਵਾਜੇ ਦੀ ਤਰ੍ਹਾਂ ਹੈ। ਜਦੋਂ ਇਹਦੇ ਵਿੱਚ ਸਵਾਸ ਹੈ ਤਾਂ ਕੀ ਹੈ, ਇਹ ਵਾਜੇ ਦੀ ਤਰ੍ਹਾਂ ਫਿਰ ਵੱਜ ਰਿਹਾ ਹੈ, ਬੋਲ ਰਿਹਾ ਹੈ। ਤਾਂ ਉਹ ਪ੍ਰਭੂ ਆਪ ਵਜਾ ਰਿਹਾ ਇਸ ਵਾਜੇ ਨੂੰ। ਫਿਰ ਫਰਮਾਨ ਹੈ, ਘਟ ਘਟ ਪਾਉਣ ਵਹਿ ਇੱਕ ਰੰਗੀ, ਮਿਲ ਪਵਨ ਸਭ ਵਜਾਏਂਦਾ। ਹਰੇਕ ਸਰੀਰ ਵਿੱਚ ਉਸ ਸਦਾ ਇੱਕ ਰੰਗ ਰਹਿਣ ਵਾਲੇ ਪਰਮਾਤਮਾ ਦਾ ਬਣਾਇਆ ਹੋਇਆ ਸਵਾਸ ਚੱਲ ਰਿਹਾ। ਇਹ ਸਵਾਸ ਉਸ ਨੇ ਬਣਾਏ, ਪਰਮਾਤਮਾ ਨੇ, ਉਹਦੇ ਬਣਾਏ ਹੋਏ ਇਹ ਸਵਾਸ ਚੱਲ ਰਹੇ ਹੈ। ਉਸ ਆਪਣੇ ਪੈਦਾ ਕੀਤੇ ਪਾਉਣ ਭਾਵ ਹਵਾ ਵਿੱਚ ਮਿਲ ਕੇ ਪਰਮਾਤਮਾ ਇਹ ਸਾਰੇ ਵਾਜੇ ਵਜਾ ਰਿਹਾ ਹੈ। ਫਿਰ ਅੱਗੇ ਫਰਮਾਨ ਹੈ, ਕਰਤਾ ਕਰੇ ਸੋ ਨਿਸ਼ਚੋ ਹੋਵੈ, ਗੁਰ ਕੈ ਸ਼ਬਦੇ ਹਉਮੈ ਖੋਵੈ। ਫਰਮਾਨ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਭਾਈ, ਗੁਰੂ ਦੀ ਕਿਰਪਾ ਨਾਲ ਜਿਸ ਕਿਸੇ ਵਿਰਲੇ ਮਨੁੱਖ ਨੂੰ ਪਰਮਾਤਮਾ ਵਡਿਆਈ ਦਿੰਦਾ ਹੈ, ਸਿਫਤ ਸਲਾਹ ਦਿੰਦਾ ਹੈ, ਉਹ ਮਨੁੱਖ ਹਰ ਵੇਲੇ ਹਰ ਨਾਮ ਹੀ ਸਿਮਰਦਾ ਹੈ। ਹਰ ਵੇਲੇ ਉਸ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ। ਫਿਰ ਫਰਮਾਨ ਹੈ, ਗੁਰ ਪ੍ਰਸਾਦੀ ਕਿਸੈ ਦੇ ਵਡਿਆਈ, ਨਾਮੋ ਨਾਮ ਧਿਆਏ ਦਾ।
ਇਹਨਾਂ ਨੂੰ ਭਰੋਸਾ ਹੋ ਜਾਂਦਾ, ਵਿਸ਼ਵਾਸ ਹੋ ਜਾਂਦਾ, ਨਿਸ਼ਚਾ ਹੋ ਜਾਂਦਾ ਜੋ ਕੁਝ ਪਰਮਾਤਮਾ ਕਰਦਾ ਹੈ ਉਹ ਜ਼ਰੂਰ ਹੁੰਦਾ ਹੈ, ਉਹਨੂੰ ਕੋਈ ਬਦਲ ਨਹੀਂ ਸਕਦਾ, ਉਹੀ ਕੁਛ ਹੁੰਦਾ ਹੈ ਜੋ ਪਰਮਾਤਮਾ ਕਰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਫਿਰ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਲੈਂਦਾ, ਖਤਮ ਕਰ ਲੈਂਦਾ। ਫਿਰ ਫਰਮਾਨ ਹੈ, ਗੁਰ ਸੇਵੇ ਜੀਵੜ ਹੋਰ ਲਾਹਾ ਨਾਹੀ, ਨਾਮ ਮਨ ਵਸੈ ਨਾਮੋ ਸਾਲਾਹੀ। ਕਹਿੰਦੇ ਹੈ ਭਾਈ, ਗੁਰੂ ਦੀ ਸ਼ਰਨ ਪੈਣ ਦੇ ਬਰਾਬਰ ਜਗਤ ਵਿੱਚ ਹੋਰ ਕੋਈ ਲਾਭ ਨਹੀਂ ਹੈ। ਸਭ ਤੋਂ ਵੱਡਾ ਫਾਇਦਾ ਕਹਿ ਲਈਏ, ਲਾਭ ਕਹਿ ਲਈਏ, ਖੱਟੀ ਕਹਿ ਲਈਏ, ਲਾਹਾ ਕਹਿ ਲਈਏ, ਸਭ ਤੋਂ ਵੱਡਾ ਕਹਿੰਦੇ ਗੁਰੂ ਦੀ ਜਿਹੜਾ ਸ਼ਰਨ ਪੈ ਗਿਆ, ਇਸ ਤੋਂ ਵੱਡਾ ਕੋਈ ਲਾਭ ਹੈ ਹੀ ਨਹੀਂ। ਇਹਦੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਗੁਰੂ ਦੀ ਸ਼ਰਨ ਪੈ ਗਿਆ ਜਿਹੜਾ, ਉਹਦੀ ਬਰਾਬਰੀ ਦੁਨਿਆਵੀ ਪਦਾਰਥ 'ਚ ਦੁਨੀਆ ਦੇ ਹੈ ਇੱਕ ਪਾਸੇ, ਤੇ ਇੱਕ ਗੁਰੂ ਦੀ ਸ਼ਰਨ ਪੈ ਗਿਆ ਜਿਹੜਾ। ਮੰਨ ਲਓ ਦੋ ਮਨੁੱਖ ਹੋਣ, ਇੱਕ ਕੋਲੇ ਦੁਨੀਆ ਦੀ ਸਾਰੀ ਦੌਲਤ ਹੋਵੇ, ਭਲਾਂ ਦੀ ਸਾਰੀ ਦੁਨੀਆ ਦਾ ਬਾਦਸ਼ਾਹ ਹੋਵੇ, ਤੇ ਉਹਦੇ ਕੋਲੇ ਨਾਮ ਨਾ ਹੋਵੇ, ਗੁਰੂ ਵਾਲਾ ਨਾ ਹੋਵੇ, ਤੇ ਇੱਕ ਪਾਸੇ ਤਨ ਤੇ ਢੱਕਣ ਵਾਸਤੇ ਕੱਪੜਾ ਵੀ ਪਹਿਨਣ ਨੂੰ ਨਾ ਹੋਵੇ, ਇੱਕ ਟਾਈਮ ਦੀ ਰੋਟੀ ਵੀ ਪੂਰੀ ਨਾ ਮਿਲਦੀ ਹੋਵੇ, ਅੱਤ ਦੀ ਗਰੀਬੀ ਹੋਵੇ, ਤੇ ਨਾਮ ਹੋਵੇ ਉਹਦੇ ਕੋਲ, ਤੇ ਕਹਿੰਦੇ ਉਹਦੀ ਬਰਾਬਰੀ ਉਹ ਨਹੀਂ ਕਰ ਸਕਦਾ। ਇੰਨੀ ਨਾਮ ਦੇ ਵਿੱਚ ਤਾਕਤ ਹੈ। ਨਾਮ ਦੀ ਬਰਾਬਰੀ ਕਰ ਹੀ ਨਹੀਂ ਸਕਦਾ ਕੋਈ। ਤਾਂ ਸਤਿਗੁਰੂ ਪਾਤਸ਼ਾਹ ਗੁਰੂ ਦੀ ਬਰਾਬਰੀ, ਗੁਰੂ ਦੇ ਜਿਹੜਾ ਸ਼ਰਨ ਪੈ ਗਿਆ, ਉਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਚਾਹੇ ਆਪ ਦੇ ਵਿੱਚ ਚਾਹੇ ਕੋਈ ਕਿੱਡਾ ਮਰਜ਼ੀ ਦੁਨੀਆ ਦਾ ਬਾਦਸ਼ਾਹ ਹੋਵੇ, ਉਹਦੇ ਆਪਾਂ ਇਤਿਹਾਸ ਵੇਖਦੇ ਹੀ ਹਾਂ ਨਾ। ਇਤਿਹਾਸ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਨਹੀਂ ਆਉਂਦਾ। ਕੀ ਨਹੀਂ ਲਾਲਚ ਦਿੱਤੇ ਉਹਨਾਂ ਨੂੰ ਵੀ ਜੋ ਤੁਸੀਂ ਕਹੋ ਪਾਤਸ਼ਾਹੀਆਂ ਬਖਸ਼ ਦਿਆਂਗੇ, ਜੋ ਮੂੰਹੋਂ ਕਹੋ ਉਹ ਮਿਲ ਜੂਗਾ, ਦੀਨ ਕਬੂਲ ਕਰ ਲਓ। ਪਰ ਨਹੀਂ, ਠੋਕਰ ਮਾਰਤੀ ਨਾ ਪੈਰ ਦੀ ਜੁੱਤੀ ਨਾਲ। ਤੇ ਫਿਰ ਉਸ ਬਾਦਸ਼ਾਹ ਦੀ ਲਾਲੋ ਸਾਹਿਬ ਵੀ ਪੇਸ਼ ਗਈ, ਕੋਈ ਉਹਦਾ ਧਨ ਕੰਮ ਆਇਆ, ਖਰੀਦਣਾ ਚਾਹਿਆ, ਉਹਨੇ ਖਰੀਦ ਸਕਿਆ? ਦੇਖਦੇ ਆਪਾਂ ਉਹ ਕਾਹਦੀ ਕਮਾਈ ਸੀਗੀ, ਕੀ ਸੀ ਉਹਨਾਂ ਕੋਲੇ? ਉਹਨਾਂ ਕੋਲੇ ਨਾਮ ਸੀ, ਗੁਰੂ ਦੀ ਬਖਸ਼ੀ ਹੋਈ ਤਾਕਤ ਸੀ ਉਹਨਾਂ ਕੋਲੇ, ਜਿਹਨੂੰ ਕੋਈ ਖਰੀਦ ਨਹੀਂ ਸਕਦਾ ਤੇ ਜਿਹਦੀ ਕੋਈ ਬਰਾਬਰੀ ਕਰ ਨਹੀਂ ਸਕਦਾ। ਹੁਣ ਐਡਾ ਵੱਡਾ ਬਾਦਸ਼ਾਹ ਵੀ ਬੇਵੱਸ ਸੀ ਵੀ ਉਹ, ਮੰਨ ਲਓ ਆਪਦੀ ਸਾਰੀ ਦੌਲਤ, ਆਪਦੀ ਸਾਰਾ ਕੁਛ, ਜੋ ਕੁਛ ਸੀ ਉਹਦੇ ਕੋਲੇ, ਉਹ ਮੰਨ ਲਓ ਸੋਚ ਕੇ ਵੇਖੋ, ਉਹ ਉਹਨਾਂ ਦੇ ਬਰਾਬਰ ਦੀ ਬਰਾਬਰੀ ਕਰ ਸਕੀ? ਉਹ ਕੀ ਉਹਦੇ ਨਾਲ ਉਹ ਖਰੀਦ ਸਕਿਆ? ਉਹਨਾਂ ਨੂੰ ਈਨ ਮਨਾ ਸਕਿਆ? ਉਹ ਨਹੀਂ ਮਨਾ ਸਕਿਆ, ਕਿਉਂਕਿ ਬਰਾਬਰੀ ਹੈ ਹੀ ਨਹੀਂ ਨਾਮ ਦੀ ਕਿਸੇ ਕੋਲੇ ਇਸ ਦੁਨੀਆ ਦੇ ਵਿੱਚ। ਏਡੀ ਤਾਕਤ ਹੈ ਨਾਮ ਦੇ ਵਿੱਚ। ਗੁਰੂ ਦੀ ਸ਼ਰਨ, ਗੁਰੂ ਦਾ ਪੱਲਾ ਫੜਨਾ ਏਡੀ ਵੱਡੀ ਤਾਕਤ ਹੈ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ। ਫਿਰ ਫਰਮਾਨ ਹੈ, ਨਾਮੋ ਨਾਮ ਸਦਾ ਸੁਖ ਦਾਤਾ, ਨਾਮੋ ਲਾਹਾ ਪਾਏਦਾ। ਕਹਿੰਦੇ ਉਹ
हर वेले हर नाम की सिफत सलाह करते हैं। कौन? जिहड़े गुरु की शरण पै जाते हैं। ये भाई कहते परमात्मा का नाम ही सब सुख देण वाला है। हर नाम ही असल लाभ मनुख खटदा है। भी हुण मन के चलो बादशाह कोले कोई चीज़ की कमी तो नहीं सी, पर वो दुखी किहड़ी गल तो सी भी इन्हां नूं मैं छोटे जे बच्चों नूं ही लालां नूं इन्हां नूं मैं ईन नहीं मना सकिया। आपदी पूरी उन्हें वाह लाती जिथों तक लगनी सी उन्हें, ते ओदा मन लो जुत्ती थले रोलती ना एडी बादशाही उन्होंने। इस करके सतगुरु पातशाह समझाउणा करदे ने, कहंदे परमात्मा का नाम है जिहड़ा ये सुख देण वाला है। वो इन्ने संकट दे विच भी सकून दे विच सी, चढ़दी कला दे विच सी, ते उहदे कोले सारा कुछ हुंदियां भी वो बेवस सी बादशाह। फिर अगे फरमान है, बिन नावै सब दुख संसारा, बहु कर्म कमावहे वधे बेकारा। हे भाई हर नाम तो खुंझिया जगत, हर नाम तो परमात्मा ने परमेश्वर की भजन बंदगी तो खुंझिया जगत खुंझिया जे उस तो खुंझ जगे नाम ना सिमरीए तो जगत दे विच हर पासे कहते दुख ही दुख है। फिर तो हर पासे जिधर वेख लो फिर दुख ही दुख है। इस करके तो फिर पुछ के वेख लो, जिस किसी को पुछो बाहरों वेखण नूं लगदा भी हाँ बड़ा ठीक है, ये कोल तां बहुत कुछ है, बड़ा ऐशो आराम है, पर फरोल के वेखो पता लग जाता किन्ना क दुख सुख है, सुकून है। उन्होंने है ही नहीं सुकून जिंदगी में, दुखी है, हर बंदा दुखी है। कारण ही ये है कि नाम नालों टुट गया, परमात्मा ने परमेश्वर की भजन बंदगी नालों टुट गया तो फिर सुखी किवें हो सकता है। जिहड़ा आपदे मूल नालों टुट गया, मुढ़ नालों टुट गया, जिहड़ा डाणी नालों पत्ता टुट जाता है तो वह फिर हरा थोड़ो रह सकता है। इस करके वो रुल जाता है। तो इस तरह मनुख का जन्म है, जदों वो परमात्मा नालों बंदगी नालों टुट गया तो फिर वो चाहे कितना मर्जी वेखण नूं लगदा वे भी इहदे कोल ऐशो आराम है, पर वो दुखी रहिंदा है। सुख तो परमात्मा नाल जुड़िया ही मिलना है, गुरु नाल जुड़िया ही मिलना है, उहदे नाल जुड़दा नहीं तो फिर सुखी हुंदा नहीं। जिहड़ा इहदे नाल जुड़ गया वो सुखी है। तो सतगुरु पातशाह समझा रहे हैं, कहते जिहड़े मनुख नाम नूं भुला के धार्मिक मिथे होए होर अनेकां काम करते हैं, नाम नहीं सिमरते परमात्मा का, तो होर धार्मिक कर्म कहण दा भाव जिवें ला लो हुण दिवाली आ रही है, सेवा की जरूरत है ना, सेवादारां दी गुरु घरे सेवा करनी है। हरेक बंदा ये कहूँगा भी पैसों की सेवा ले लो, पैसों के काम करा लो, पैसा हैगा पर सेवा है नहीं, तो इउं गल बनती नहीं। फिर धार्मिक पहरावे मतलब यही भी आलू आप सेवादार घल दें, पैसे दे दें, मुल काम करा लें, कहते इउं चाहे जिन्ना मर्जी करा लो उसका कोई फायदा नहीं है। धार्मिक विखावे धार्मिक कर्म जिन्ने मर्जी करी जाओ, जिन्ना चर आपदे हत्थीं ते आपदे शरीर नूं ला के नहीं सेवा हुंदी भजन बंदगी दी, चाहे वह सेवा दा ला लो, हुण मान लो पाठ पूजा ते ला लो, हुण आपां भेटा दे के पाठ करवाउणा ही है पाठी तो,
ਵੀ ਆ ਲਓ 4100 रुपया लो 5500 जिन्ना मर्जी दे के पाठ कर दो। पाठी ने पाठ करता तो उहदा फल तां ही मिलना। अगर चेत नूं नहीं पढ़ना आउंदा बहुत चंगी गल है, तू करवाया तो बैठ के सुन के उहदे उत्ते अमल करें, फिर तो तेरे वो पैसे दित्तिआं दा भी मान लो लेखे दे विच है, तो नहीं तो बस कल्ले विखावे तो बिना फिर कुछ भी नहीं है। जे गुरु की मननी नहीं तो फिर जिन्हें मर्जी कराइए। गुरु साहब का घरे लियाउण का मकसद ही ये है भी गुरु साहब ने चरण पाए तो उपदेश दिता सानू। होर कल्ला कोई यही थोड़ा भी महाराज नूं कल्ले मत्थे टेकण वास्ते ही है, ये तो ज्ञान लैण वास्ते सानू ये लड़ लाया हुआ है। तो असी वो रस्ता छड्ड के ते असी बस खुशियां ते गमियां वेले बस याद करते हैं। तो होर भजन बंदगी बाणी दे लड़ लाउण दा मतलब ही ये सी भी आप खुद पढ़ो। जिथे होर इन्नी विद्या प्राप्त करते हैं तो उत्थे ये भी नाल नाल प्राप्त करो विद्या। शुद्ध पाठ सिखो, सिख के आप करो। फिर कई बार असीं कहते भी चंगा पाठी नहीं मिलिया, ये सुनाउंदा नहीं, ये उच्ची नहीं बोलता, ये गुणगुण करी जाता। आप पढ़ो, किते भी नहीं लिखिया भी तुसीं 9 दिनां च भोग पा लो या 7 दिनां च पा लो। तुसीं साल च 1 पा लो, जिंदगी दे विच 1 पाठ कर लो पूरी जिंदगी दे विच, ते उहदे उत्ते अमल कर लो तो जरूरत ही नहीं है। तो उवें भला दी हफ्ते दे हफ्ते कराई जाओ, जे अमल नहीं करना तो कोई फायदा नहीं। फिर तो पाठी ने पाठ करना, बेटा लैनी है तो गां तुर जाना। आराम नाल बाणी पढ़न दा गुरु साहब का मकसद ही ये सी भी बाणी दे नाल लाउण दा भी आप पढ़ो, पढ़ के उन्होंने विचारो, समझो भी की कह रहे गुरु साहब, गुरबाणी दे विच उपदेश की है, उन्होंने आपदे पिंडे दे उत्ते हंडाओ। मकसद तो ये सीगा गुरु साहब का। तो उस मकसद तो असी उस रस्ते तो भटक के ते होर रस्ते चल पे। इस करके सतगुरु पातशाह इत्थे यही समझा रहे हैं, कहते धार्मिक कर्म उवें पैसे दे के जिन्ने मर्जी कराई आ, तू पैसा खर्चा करके जिन्ने मर्जी धार्मिक कर्म करी आ, पर जे नाम है नहीं, आप नहीं सिमरदा जां उहदे उत्ते अमल नहीं करता, तो फिर गल नहीं बननी। जिन्ने मर्जी तू पापड़ वेला। कहते उन्होंने अंदर सगों विकार वधदे है। सतगुरु पातशाह की कह रहे भी जिहड़े विकार वधन का मतलब यही है भी मैं तो 2 लाख रुपये की सेवा करके ते लंगर ते लाते, अंदर हौमै आ गई ना, लोगों के विच वाहो आई तो खट ली ना भी हाँ बल्ले बल्ले ने तो इन्ना पुन्न दान करता, तो वो होर फुल जाता भी हाँ। इस करके यही विकार की है, हौमै हंकार, इस नूं विकार कहते हैं। कहते वो तो यही वधणगे। बहु कर्म कमावहे, बहु कर्म ओहो ही धार्मिक, बहुते कर्म कहते जिन्ने मर्जी धार्मिक विखावे वाले कर्म कमाई आ करी आ, वधे विकारा, कहते ये तो विकार ही वधणगे। क्यों? तैनूं हंकार आऊगा अंदर भी ये कोल तो है ही नहीं सी देण नूं कुछ, मैं तो इन्नी सेवा करती, इन्हां कोल तो कख नहीं सी, पैसा ही मेरा लाया, मैं दिता तो यह तां सारी चीज़ बनी है, ये हो जाता ना। इस करके वो चीज़ अंदर फिर जो पैदा आ गई तो उन्हें मत मार देनी है। तो उस चीज़ तो बचन वास्ते ही तो बाणी पढ़नी है। भी ये नहीं गा भी सेवा भी नहीं करनी, सेवा करनी है भी हंकार ना आवे, उहदे वास्ते तो बाणी आप पढ़ के तो उहदे ते अमल करना है। बाणी दे विचों ही आपां नूं सीखण नूं मिलूगा ना भी सतगुरु पातशाह कहंदे हैं भी कोई पुन्नदान
ਜੋ ਤੇਰੇ ਕੋਲ ਹੈਗਾ ਅਸਲ ਤਾਂ ਉਹ ਪਰਮਾਤਮਾ ਦਾ ਦਿੱਤਾ ਹੋਇਆ, ਤੇਰਾ ਕੁਛ ਹੈ ਹੀ ਨਹੀਂ। ਜਦੋਂ ਤੇਰੇ ਕੋਲ ਆਪਦਾ ਸਰੀਰ ਹੀ ਨਹੀਂ, ਇਹ ਧਰਤੀ ਹਵਾ ਪਾਣੀ ਸਭ ਕੁਛ ਪਰਮਾਤਮਾ ਦੀ ਬਣਾਈ ਹੋਈ ਹੈ, ਤਾਂ ਇਹਦੇ ਵਿੱਚ ਕਾਰੋਬਾਰ ਹੈ ਜਿਹਦੇ ਤੋਂ ਤੇਰੇ ਕੋਲ ਪੈਸਾ ਕਮਾਇਆ ਤੂੰ। ਮੰਨ ਲਓ ਇਹ ਸਾਰੀ ਫੈਕਟਰੀ ਪਰਮਾਤਮਾ ਦੀ ਲਾਈ ਹੋਈ ਹੈ, ਜਿਹੜਾ ਜਗਤ ਹੈ, ਤੇ ਇਹਦੇ ਵਿੱਚ ਹੀ ਕਾਰੋਬਾਰ ਹੈ। ਤੇ ਫੈਕਟਰੀ ਲਾਉਣ ਵਾਲਾ ਮਾਲਕ ਹੀ ਹਵਾ ਹੀ ਬੰਦ ਕਰ ਦੇਵੇ, ਪਿੱਛੋਂ ਪਾਣੀ ਨਾ ਦੇਵੇ, ਤੇ ਧਰਤੀ ਨਾ ਬਣਾਉਂਦਾ, ਕਈ ਥਾਂ 'ਤੇ ਥੇ ਨਹੀਂ ਹੋ ਜਾਂਦੀ, ਤੇ ਫਿਰ ਤੂੰ ਕਿੱਥੇ ਕਾਰੋਬਾਰ ਕਰ ਲੇਂਗਾ, ਕਿੱਥੇ ਕਮਾਈ ਕਰ ਲੇਂਗਾ। ਇਸ ਕਰਕੇ ਇਹ ਸੋਚ ਤੇ ਇਹ ਸਮਝ ਕਿੱਥੋਂ ਆਉਣੀ ਹੈ? ਗੁਰੂ ਸਾਹਿਬ ਤੋਂ, ਬਾਣੀ ਤੋਂ। ਤੇ ਬਾਣੀ ਪੜ੍ਹੇਗਾ, ਫਿਰ ਜਦੋਂ ਜੇ ਕੋਈ ਸੇਵਾ ਕਰੇਗਾ ਵੀ, ਫਿਰ ਉਹਦੇ 'ਚ ਤੇਰੇ ਅੰਦਰ ਹੰਕਾਰ ਨਹੀਂ ਆਊਗਾ ਵੀ ਹਾਂ ਇਹ ਤਾਂ ਸਾਰਾ ਕੁਛ ਪਰਮਾਤਮਾ ਦਾ ਦਿੱਤਾ ਹੋਇਆ, ਉਹਦੇ ਦਿੱਤੇ ਹੋਏ ਉਹਨੇ ਸਾਰਾ ਕੁਛ ਬਣਾਇਆ, ਉਹਦੇ ਵਿੱਚ ਅਸੀਂ ਰਹਿ ਕੇ, ਇਸ ਸੰਸਾਰ ਰੂਪੀ ਫੈਕਟਰੀ ਦੇ ਵਿੱਚ ਰਹਿ ਕੇ ਤੇ ਕਮਾਈ ਕਰ ਰਹੇ ਹਾਂ, ਤੇ ਕਮਾ ਕੇ ਤੇ ਫਿਰ ਅਸੀਂ ਦੇ ਉਸੇ ਨੂੰ ਰਹੇ ਹਾਂ, ਤੇ ਉਹਨੂੰ ਕਹਿ ਰਹੇ ਹਾਂ ਵੀ ਅਸੀਂ ਦਾਨ ਕੀਤਾ। ਨਹੀਂ, ਇਹ ਨਹੀਂ ਹੋ ਸਕਦਾ। ਤੇ ਇਹ ਫਿਰ ਸਮਝ ਜਦੋਂ ਆ ਗਈ ਤਾਂ ਫਿਰ ਉਹ ਹੰਕਾਰ ਨਹੀਂ ਆਊਗਾ ਵੀ ਇਹ ਤਾਂ ਸਾਰਾ ਕੁਛ ਸੀ ਉਹਦਾ, ਤੇ ਮੈਂ ਕਿਹਨੂੰ ਕਹਿ ਰਿਹਾ ਵੀ ਮੈਂ ਕਮਾਈ ਕੀਤੀ, ਤੇ ਮੈਂ ਕਮਾਈ ਕਰਕੇ ਤੇ ਮੈਂ ਦਾਨ ਕੀਤਾ। ਇਹ ਸਮਝ ਤਾਂ ਫਿਰ ਗੁਰੂ ਸਾਹਿਬ ਤੋਂ, ਗੁਰਬਾਣੀ ਤੋਂ ਆਉਣੀ ਹੈ ਨਾ। ਪੜ੍ਹਾਂਗੇ ਉਹਨੂੰ, ਵਿਚਾਰਾਂਗੇ ਤਾਂ ਫਿਰ ਉਹ ਜਿਹੜਾ ਦਾਨ ਕੀਤਾ ਹੋਊਗਾ, ਫਿਰ ਉਹਦੇ 'ਚ ਹਉਮੈ ਨਹੀਂ ਆਊਗੀ, ਹੰਕਾਰ ਨਹੀਂ ਆਊਗੀ, ਫਿਰ ਉਹ ਸਾਰਾ ਕੀਤਾ ਹੋਇਆ ਤੇਰਾ ਸਫਲਾ ਹੋਊਗਾ। ਨਹੀਂ ਤਾਂ ਮੱਤ ਮਾਰੀ ਜਾਊਗੀ, ਮੰਨ ਲਓ ਤੇਰੀ, ਹੰਕਾਰ ਆ ਜਾਊਗਾ। ਹੰਕਾਰ ਨੇ ਬੇੜਾ ਗਰਕ ਕਰ ਦੇਣਾ, ਹੰਕਾਰ ਏਡਾ ਮਾੜਾ ਹੈ। ਇਸ ਕਰਕੇ ਸਤਿਗੁਰ ਪਾਤਸ਼ਾਹ ਕੀ ਸਮਝਾ ਰਹੇ ਹੈ? ਨਾਮ ਨਾ ਸੇਵਹਿ ਕਿਉਂ ਸੁਖ ਪਾਈਐ, ਬਿਨ ਨਾਵੈ ਦੁਖ ਪਾਏਂਦਾ। ਕਹਿੰਦੇ ਭਾਈ, ਜੇ ਮਨੁੱਖ ਨਾਮ ਨਹੀਂ ਸਿਮਰਦੇ ਤਾਂ ਆਤਮਿਕ ਆਨੰਦ ਕਿਵੇਂ ਮਿਲ ਸਕਦਾ? ਫਿਰ ਨਾਮ ਤੋਂ ਖੁੰਝ ਕੇ ਮਨੁੱਖ ਦੁੱਖ ਹੀ ਸਹੇੜਦਾ, ਹੋਰ ਕੁਛ ਵੀ ਨਹੀਂ ਸਹੇੜਦਾ ਇਸ ਤੋਂ ਇਲਾਵਾ। ਫਿਰ ਅੱਗੇ ਫਰਮਾਨ ਹੈ, ਆਪ ਕਰੀ ਤੈ ਆਪ ਕਰਾਈ, ਗੁਰ ਪ੍ਰਸਾਦੀ ਕਿਸੈ ਬੁਝਾਏ। ਨਹੀਂ ਭਾਈ, ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੂੰ ਪ੍ਰਭੂ ਇਹ ਸਮਝ ਦਿੰਦਾ ਹੈ, ਸੂਝ ਬਖਸ਼ਦਾ ਹੈ ਕਿ ਪਰਮਾਤਮਾ ਆਪ ਹੀ ਸਭ ਕੁਛ ਕਰ ਰਿਹਾ ਅਤੇ ਜੀਵਾਂ ਪਾਸੋਂ ਕਰਾ ਰਿਹਾ। ਉਹੀ ਗੱਲ ਆ ਗਈ ਨਾ ਵੀ ਜੀਵਾਂ ਪਾਸੋਂ ਵੀ ਸਾਡੇ ਤੋਂ ਜੇ ਸੇਵਾ ਕਰਾ ਰਿਹਾ ਹੈ, ਜੇ ਸਾਨੂੰ ਸਾਡੇ ਕੁਛ ਕੋਲ ਦੇਣ ਨੂੰ ਹੈ, ਦੇ ਰਹੇ ਤਾਂ ਉਹ ਪਰਮਾਤਮਾ ਨੇ ਸਾਨੂੰ ਦਿੱਤਾ ਹੈ। ਜੇ ਕਿਸੇ ਨੂੰ ਦਿੱਤਾ ਹੈ ਤਾਂ ਉਹਦੇ 'ਚੋਂ ਹੀ ਦੇ ਰਿਹਾ ਨਾ। ਉਹ ਜੇ ਦਿੰਦਾ ਹੀ ਨਾ ਮੰਨ ਲਓ, ਤੇ ਫਿਰ ਕਿੱਥੋਂ ਸੇਵਾ ਕਰ ਲੈਂਦਾ ਤੂੰ? ਇਹ ਬਖਸ਼ਿਸ਼ ਤਾਂ ਉਹਦੀ ਹੈ ਨਾ। ਕਹਿੰਦੇ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹ ਆਪਣੇ ਅੰਦਰੋਂ ਮਾਇਆ ਦੇ ਮੋਹ ਦੇ ਬੰਧਨ ਨੂੰ ਤੋੜ ਲੈਂਦੇ ਹਨ। ਗੁਰਮੁਖ ਹੋਵੈ ਸੇ ਬੰਧਨ ਤੋੜਹਿ, ਮੁਕਤੀ ਕੈ ਘਰ ਪਾਏਂਦਾ। ਕਹਿੰਦੇ ਗੁਰੂ ਫਿਰ ਉਹਨਾਂ ਨੂੰ ਆਤਮਿਕ ਟਿਕਾਣੇ ਦੇ ਵਿੱਚ ਟਿਕਾ ਕੇ ਰੱਖਦਾ, ਤੇ ਜਿੱਥੇ ਉਹਨਾਂ ਨੂੰ ਵਿਕਾਰਾਂ ਵੱਲੋਂ ਖਲਾਸੀ ਮਿਲ ਜਾਂਦੀ ਹੈ, ਵਿਕਾਰ ਨਹੀਂ ਫਿਰ ਚੰਬੜਦੇ, ਮੁਕਤੀ ਮਿਲ ਜਾਂਦੀ ਵਿਕਾਰਾਂ ਵਾਸੋਂ। ਵਿਕਾਰ ਆਪਦਾ ਜ਼ੋਰ ਨਹੀਂ ਪਾ ਸਕਦੇ। ਉਹੀ ਵੀ ਜਿਵੇਂ ਹੰਕਾਰ, ਲੋਭ, ਮੋਹ, ਇਹ ਸਾਰੇ ਕੀ ਇਹ ਵਿਕਾਰ ਹੀ ਹੈ। ਇਹ ਫਿਰ ਆਪਦਾ ਜ਼ੋਰ ਨਹੀਂ ਪਾ ਸਕਦੇ। ਜਦੋਂ ਅਸੀਂ ਬਾਣੀ ਪੜ੍ਹ ਕੇ ਉਹਨੂੰ ਵਿਚਾਰੀਏ ਤਾਂ ਇਹ ਦਬੇ ਰਹਿੰਦੇ ਆ, ਨਹੀਂ ਤਾਂ ਇਹ ਉਦੋਂ ਹੀ ਸਿਰ ਚੱਕ ਲੈਂਦੇ ਆ ਤੇ ਜੀਵਨ ਨੂੰ ਬਰਬਾਦ ਕਰ ਦਿੰਦੇ ਆ। ਫਿਰ ਅੱਗੇ ਫਰਮਾਨ ਹੈ, ਗਣਤ ਗਣੈ ਸੋ ਜਲੈ ਸੰਸਾਰਾ, ਸਹਿਸਾ ਮੂਲ ਨਾ ਚੁਕੈ ਵਿਕਾਰਾ। ਕਹਿੰਦੇ ਭਾਈ, ਜਿਹੜਾ ਮਨੁੱਖ ਹਰ ਵੇਲੇ
माया दीयां गिणतियां ही गिणदा रहिंदा है। बस कली माया ही माया, माया ही माया। मैं इत्थों भी बन जे तो इत्थों भी बन जे तो इत्थे भी रुपया बचा ला, तो बस माया ही माया, माया ही माया। कहंदे वो जगत दे विच सदा तृष्णा दी अग दे विच भुजदा रहिंदा, सड़दा रहिंदा। तृष्णा दे विच जलै संसारा, कहंदे जलदा रहिंदा। ते उसदा ये कहंदे व्यर्थ सहम है जिहड़ा कदे भी नहीं मुकदा। ये व्यर्थ दा ही सहम है जिहड़ा हाय हाय वाला, हाय घाटा ना पै जी, हाय इधरों आए ना हो जी, हाय आहा ना हो जी, जिहड़ा माया दीयां गिणतियां गिणदा रहिंदा है। कहंदे ये सहम उहदा मुकदा भी नहीं गा। फिर सहसा मूल न चुकै विकारा, गुरमुख होवै सो गणत चुकाए, सच्चे सच समाईदा। कहंदे जिहड़ा मनुख गुरु दी शरण पैंदा है, गुरबाणी दे लड़ लगदा है, गुरबाणी नूं पढ़दा है, विचारदा, उहनूं आपदे जीवन दे विच उतारदा है, कहंदे वो दुनिया वाली चिंता फिकर मुकाई रखदा है। ਉਹਦੇ नेड़े नहीं आउंदे दुनिया वाले चिंता फिकर है जिहड़ी, ਉਹਨੂੰ परवाह ही नहीं हुंदी। चिंता फिकर फिर आपे वो आपदे गुरु ते छड्डदा है। ते वो हर वेले कहंदे सदा कायम रहण वाले परमात्मा दी याद दे विच ही लीन रहिंदा है। फिर अगे फरमान है, जे सच दे तां पाए कोई, गुर प्रसादी प्रगट होई। कहंदे हे भाई, जे सदा कायम रहन वाला परमात्मा आप ही ये बेफिक्री बख्शे, तां ही कहंदे कोई मनुख इस नूं प्राप्त कर सकदा है। गुरु की कृपा नाल प्रभु उसने अंदर फिर प्रगट हो जाता है। फिर फरमान है, सच नाम सलाही रंग राता, गुर कृपा ते सुख पाएंदा। कहंदे ओ मनुख गुरु की कृपा नाल प्रेम रंग दे विच मस्त रह के सदा थिर हर नाम सिमरदा है ते आत्मक आनंद माणदा रहिंदा है। जाप ताप संजम नाम प्यारा, किलमिख काटे काटन हारा। कहंदे हे भाई, परमात्मा दा मिठा नाम जपना ही जप है। इस तो वड्डा कोई होर जप नहीं है। ते यही तप है, परमात्मा दा नाम जपना ही सब तो वड्डा तप है। ते यही संजम है। परमात्मा का नाम जिन्हें जप लिया, समझ लो उन्हें जप भी कर लिया, उन्हें तप भी कर लिया, उन्हें संजम दे विच भी आ गया। जिहड़ा मनुख नाम जपदा है उसका सारे पाप कट्टन की समर्था रखने वाला परमात्मा उहदे पाप फिर कट दिंदा है। फिर फरमान है, हर कै नाम तन मन शीतल होआ, सहजे सहज समाएंदा। कहंदे परमात्मा दे नाम विच जुड़न दी बरकत नाल उसदा तन उसदा मन शांत रहिंदा है ते वो सदा आत्मक अडोलता दे विच टिकिया रहिंदा है। फिर फरमान है, अंतर लोभ मन मैले मल लाए, मैले कर्म करे दुख पाए। कहंदे हे भाई, जिहड़े मनुख दे अंदर माया दा लालच बनया रहिंदा जां टिकिया रहिंदा है, कहंदे उस दा मन हर वेले मैला ही रहिंदा है। वो यही सोचदा है भी कित्थों कुंडी लावां,
ਕਿੱਥੋਂ ਉਹਨੂੰ ਜਾਣੀ ਕਿ ਹੋਰ ਕੁਛ ਸੁਝਦਾ ਹੀ ਨਹੀਂ। ਹਰ ਵਕਤ ਇਸੇ ਗਿਣਤੀ ਮਿਣਤੀ ਦੇ ਵਿੱਚ ਹੀ ਰਹਿੰਦਾ, ਉਹ ਇਸੇ ਸੋਚਾਂ ਦੇ ਵਿੱਚ ਹੀ, ਸੋਚ ਦੇ ਵਿੱਚ ਹੀ ਰਹਿੰਦਾ ਵੀ ਕਿੱਥੋਂ ਹੀ ਮੈਨੂੰ ਮੇਰਾ ਫਾਇਦਾ ਕਿੱਥੋਂ ਹੈ, ਅਗਲੇ ਦਾ ਭਲਾ ਦੀ ਨੁਕਸਾਨ ਹੋਵੇ, ਦੂਸਰੇ ਦਾ ਹੋਵੇ ਤਾਂ ਹੋਵੇ, ਪਰ ਆਪਦਾ ਉਹਨੂੰ ਫਾਇਦਾ ਹੋਣਾ ਚਾਹੀਦਾ। ਕਹਿੰਦੇ ਇਉਂ ਹੀ ਜਿਹੜਾ ਲਾਲਚ ਜਿਹਦੇ ਅੰਦਰ ਬਣਿਆ ਰਹਿੰਦਾ ਹੈ, ਉਹ ਫਿਰ ਹਰ ਵਕਤ ਉਹਦਾ ਮਨ ਹੈ ਜਿਹੜਾ ਮੈਲਾ ਹੀ ਰਹਿੰਦਾ ਹੈ। ਤੇ ਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ ਆਪਣੇ ਮਨ ਨੂੰ ਲਾਉਂਦਾ ਜਾਂਦਾ ਹੈ, ਇਸ ਮੈਲ ਦੇ ਵਿੱਚ ਹੋਰ ਧੱਸਦਾ ਜਾਂਦਾ ਹੈ। ਤੇ ਫਿਰ ਅੱਗੇ ਫਰਮਾਨ ਹੈ, ਕੂੜੋ ਕੂੜ ਕਰੇ ਵਾਪਾਰਾ, ਕੂੜ ਬੋਲ ਦੁੱਖ ਪਾਏਂਦਾ। ਕਹਿੰਦੇ ਫਿਰ ਇਹ ਲਾਲਚ ਦੀ ਮੈਲ ਏਡੀ ਮਾੜੀ ਹੈ, ਜਿਉਂ-ਜਿਉਂ ਲਾਲਚ ਦੇ ਅਧੀਨ ਉਹ ਮੈਲੇ ਕਰਮ ਕਰਦਾ ਜਾਂਦਾ ਹੈ, ਇਸ ਲਾਲਚ ਦੇ ਵਿੱਚ ਫਸਦਾ ਜਾਂਦਾ, ਧੱਸਦਾ ਜਾਂਦਾ। ਕਹਿੰਦੇ ਉਹ ਫਿਰ ਦੁੱਖ ਸਹਾਰਦਾ ਜਾਂਦਾ ਹੈ, ਅਤੇ ਉਹ ਸਦਾ ਨਾਸਵੰਤ ਪਦਾਰਥਾਂ ਦੇ ਕਮਾਉਣ ਦਾ ਧੰਦਾ ਹੀ ਕਰਦਾ ਹੈ। ਅਤੇ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਜੋ ਵੀ ਅਸੀਂ ਆਹ ਧੰਦਾ ਕਰਕੇ ਜੋ ਇਕੱਠਾ ਕਰ ਰਹੇ, ਇਹਦੇ 'ਚੋਂ ਨਾਲ ਜਾਣ ਵਾਲਾ ਕੁਛ ਹੈ? ਕੁਛ ਵੀ ਨਹੀਂ ਹੈ। ਇਸ ਗੱਲ ਦਾ ਪਤਾ ਹੁੰਦਿਆਂ ਵੀ ਉਹ ਤਾਂ ਛੱਡੋ, ਆਪਦਾ ਸਰੀਰ ਵੀ ਨਹੀਂ ਜਾਣਾ ਨਾਲ, ਤਾਂ ਜਿਹੜਾ ਹੋਰ ਸਮਾਨ ਤਾਂ ਘਰੇ ਪਿਆ ਰਹਿ ਜਾਣਾ। ਅਤੇ ਸਰੀਰ ਹੈ ਜਿਹੜਾ, ਇਹ ਵੀ ਨਹੀਂ ਜਦੋਂ ਨਾਲ ਜਾਣਾ, ਇਹ 'ਤੇ ਪਹਿਨਿਆ ਹੋਇਆ ਕੱਪੜਾ ਕੱਖ ਵੀ ਨਹੀਂ ਨਾਲ ਜਾਣਾ। ਅਤੇ ਫਿਰ ਮੰਨ ਲਓ ਵੀ ਇਹਨਾਂ ਪਤਾ ਹੁੰਦਿਆਂ ਵੀ ਇਸ ਦਲਦਲ ਦੇ ਵਿੱਚੋਂ ਨਹੀਂ ਨਿਕਲਦਾ। ਪਰ ਉਹਦੇ ਪਿੱਛੇ ਕਾਰਨ ਇਹ ਹੈ, ਨਿਕਲਣ ਦਾ ਨਿਕਲੇ ਵੀ ਕਿਵੇਂ? ਨਿਕਲਣ ਦਾ ਰਸਤਾ ਤਾਂ ਗੁਰੂ ਨੇ ਦੱਸਣਾ ਸੀ, ਗੁਰਬਾਣੀ ਨੇ ਦੱਸਣਾ ਸੀ। ਉਹਦੇ ਨਾਲ ਨਾ ਅਸੀਂ ਜੁੜੇ, ਨਾ ਗਾਂ ਆਪਦੇ ਬੱਚਿਆਂ ਨੂੰ ਜੋੜ ਰਹੇ ਹਾਂ। ਆਪ ਤਾਂ ਇਸ ਦਲਦਲ ਦੇ ਵਿੱਚ ਫਸੇ ਹੀ ਹੈ, ਅਤੇ ਬੱਚਿਆਂ ਨੂੰ ਹੋਰ ਉਸੇ ਬਸ ਪੈਸਾ ਮੁੱਖ ਹੋ ਗਿਆ ਵੀ ਪੈਸਾ ਕਿੱਥੋਂ ਆਵੇ, ਉਹੋ ਹੀ ਪੜ੍ਹਾਈ ਹੋਣਾ, ਪੜ੍ਹਾਈ ਕਰਾਉਣੀ ਸਿਰਫ ਇਕੱਲੇ ਪੈਸੇ ਕਮਾਉਣ ਵਾਸਤੇ ਹੀ ਹੈ। ਹੋਰ ਦੱਸ ਦਿਓ ਜੇ ਕਾਸੇ ਵਾਸਤੇ ਕੋਈ ਪੜ੍ਹਾਈ ਕਰਾ ਰਿਹਾ ਤਾਂ, ਵੀ ਕਿਸੇ ਦੇ ਫਾਇਦੇ ਵਾਸਤੇ ਹੈ ਤਾਂ। ਜੇ ਨੌਕਰੀ ਹੈ ਤਾਂ ਵੀ ਉਹ ਵੀ ਪੈਸਾ ਕਮਾਉਣ ਵਾਸਤੇ ਹੀ ਹੈ। ਠੀਕ ਹੈ, ਚਾਹੀਦਾ, ਪਰ ਨਾਲ ਨਾਲ ਉਹਦੇ ਜ਼ਿੰਦਗੀ ਨੂੰ ਸੱਚੀ ਸੁੱਚੀ ਕਮਾਈ ਹੋਣੀ ਚਾਹੀਦੀ ਹੈ, ਉਹ ਵੀ ਤਾਂ ਹੀ ਉਹ ਸਫਲੀ ਹੈ। ਕਿਸੇ ਦਾ ਹੱਕ ਨਹੀਂ। ਹੁਣ ਜੇ ਪਹਿਲਾਂ ਹੀ ਰਿਸ਼ਵਤਾਂ ਦੇ ਦੇ ਕੇ ਨੌਕਰੀਆਂ ਦੇ ਵਿੱਚ ਲੱਗਿਆ ਹੋਇਆ, ਤਾਂ ਫਿਰ ਤਾਂ ਲੋਕਾਂ ਦੇ ਗਲ ਹੀ ਵੱਢੂਗਾ। ਫਿਰ ਕਿੱਥੋਂ ਉਹ ਮੰਨ ਲਓ ਪਹਿਲਾਂ 10 ਲੱਖ 20 ਲੱਖ ਰੁਪਈਆ ਦਿੱਤਾ ਹੈ, ਤਾਂ ਫਿਰ ਉਹ ਕਮਾਈ ਤਾਂ ਉਹਨੇ ਕਰਨੀ ਹੈ। ਇਸ ਕਰਕੇ ਜੇ ਸਬਰ ਸੰਤੋਖ ਹੈ ਤਾਂ ਗੱਲ ਉੱਥੇ ਹੀ ਆ ਜਾਂਦੀ ਹੈ। ਉਹ ਆ ਗਿਆ ਤਾਂ ਫਿਰ ਸਭ ਕੁਛ ਹੀ ਹੈ। ਸਬਰ ਸੰਤੋਖ ਗੁਰਬਾਣੀ ਤੋਂ ਆਉਣਾ ਸੀ, ਗੁਰਬਾਣੀ ਪੜ੍ਹਨੀ ਸੀ, ਵਿਚਾਰਨੀ ਸੀ, ਇੱਥੋਂ ਸਾਰਾ ਖੇਡ ਦੀ ਸਮਝ ਆਉਣੀ ਸੀ। ਉਹਦੇ ਤੋਂ ਅਸੀਂ ਕੋਹਾਂ ਦੂਰ ਹੈ, ਨੇੜੇ ਟੁਕੇ ਹੀ ਨਹੀਂ। ਨਾ ਆਪ ਟੁਕ ਰਹੇ ਹਾਂ, ਨਾ ਗਾਂ ਬੱਚਿਆਂ ਨੂੰ। ਦੂਜੀਆਂ ਪੜ੍ਹਾਈਆਂ 'ਤੇ ਤਾਂ ਲੱਖਾਂ ਰੁਪਈਏ ਖਰਚ ਕਰ ਰਹੇ ਹਾਂ, ਇਸ ਪਾਸੇ ਜਿਹੜਾ ਕੁਛ ਲੱਗਦਾ ਹੀ ਨਹੀਂ, ਅਤੇ ਉਸ ਪਾਸੇ ਅਸੀਂ ਸਮਾਂ ਹੀ ਹੈ ਨਹੀਂ। ਜੇ ਕਹਿ ਦਈਏ ਵੀ ਬੱਚਿਆਂ ਨੂੰ ਕੋਈ 10-20 ਮਿੰਟ ਸਮਾਂ ਕੱਢ ਕੇ ਦੇਗਾ, ਨਾ ਇੱਧਰੋਂ ਆਉਂਦੇ ਆ, ਟਿਊਸ਼ਨ ਦਾ ਟਾਈਮ ਹੋ ਜਾਂਦਾ, ਉਦੋਂ ਨੂੰ ਇੱਧਰੋਂ ਆਉਂਦੇ ਆ ਤਾਂ ਸਕੂਲ ਦਾ ਟਾਈਮ ਹੋ ਜਾਂਦਾ, ਫਿਰ ਸੌਣ ਦਾ ਟਾਈਮ ਹੋ ਜਾਂਦਾ, ਫਿਰ ਖਾਣ ਦਾ ਟਾਈਮ ਹੋ ਜਾਂਦਾ। ਸਮਝ ਲਓ ਜ਼ਿੰਦਗੀ ਬਰਬਾਦ ਕਰ ਰਹੇ ਹਾਂ ਅਸੀਂ, ਜੇ ਮੰਨ ਲਓ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਨਹੀਂ ਜੋੜ ਰਹੇ ਤਾਂ। ਚਾਹੇ ਜਿੰਨੀ ਮਰਜ਼ੀ ਉਹ ਉੱਚੀ ਪੋਸਟਾਂ 'ਤੇ ਪਹੁੰਚ ਜਾਣ, ਪਰ ਗੁਰੂ ਸਾਹਿਬ ਤੋਂ ਜੇ ਪੁੱਛ ਕੇ ਵੇਖੀਏ ਤਾਂ ਉਹਨਾਂ ਦੀ ਜ਼ਿੰਦਗੀ ਹੋਣਾ ਕਹਿ ਹੀ ਰਹੀ ਹੈ। ਸਤਿਗੁਰੂ ਪਾਤਸ਼ਾਹ ਦੱਸੀ ਜਾਂਦੇ ਆ, ਹੋਰ ਕਿਵੇਂ ਸਮਝਾਉਣ? ਹੋਰ ਲਾਲਚ ਕਿਹੜੇ ਲਾਲਚ ਦੀ ਗੱਲ ਕਰਦੇ ਆ? ਲਾਲਚ ਹੈ ਚ ਕਿਸੇ ਵੀ ਤਰ੍ਹਾਂ ਦਾ ਹੀ ਹੈ, ਭਲਾ ਨਹੀਂ ਖਾਣ ਦਾ ਲਾਲਚ ਹੈ, ਅਤੇ ਚਾਹੇ ਪਹਿਨਣ ਦਾ ਲਾਲਚ ਹੈ, ਅਤੇ ਚਾਹੇ ਮਾਇਆ ਇਕੱਠੀ ਕਰਨ ਦਾ ਲਾਲਚ ਹੈ। ਲਾਲਚ ਤਾਂ ਲਾਲਚ ਹੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਉਹ ਦੁੱਖ ਹੀ ਹੈ, ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਹੁੰਦਾ।
ਤੇ ਉਹ ਸਦਾ ਨਾਸ਼ਵੰਤ ਪਦਾਰਥ ਕਮਾਉਣ ਦਾ ਹੀ ਧੰਦਾ ਕਰਦਾ ਰਹਿੰਦਾ, ਝੂਠ ਬੋਲ ਬੋਲ ਕੇ ਕਹਿੰਦੇ ਦੁੱਖ ਸਹਿੰਦਾ। ਫਿਰ ਅੱਗੇ ਫਰਮਾਨ ਹੈ, ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਿਸਾ ਜਾਏ। ਉਹੀ ਗੱਲ ਆ ਗਈ। ਕਹਿੰਦੇ ਹੇ ਭਾਈ, ਜਿਹੜਾ ਕੋਈ ਮਨੁੱਖ ਜੀਵਨ ਨੂੰ ਪਵਿੱਤਰ ਕਰਨ ਵਾਲੀ ਗੁਰਬਾਣੀ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ, ਗੁਰੂ ਦੀ ਕਿਰਪਾ ਨਾਲ ਕਹਿੰਦੇ ਉਸ ਦਾ ਸਹਿਮ ਦੂਰ ਹੋ ਜਾਂਦਾ ਹੈ। ਉਹਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ ਵੀ ਹਾਏ ਮੈਂ ਬਰਬਾਦ ਹੋ ਜਾਊਂਗਾ, ਮੈਨੂੰ ਨਾ ਮਿਲਿਆ ਤਾਂ ਮੈਂ ਖਤਮ ਹੋ ਜਾਊਂਗਾ, ਕੁਛ ਨਾ ਮਿਲਿਆ ਤਾਂ। ਉਹਨੂੰ ਫਿਰ ਇਹ ਸਮਝ ਆ ਜੂਗੀ ਪਾਲਣ ਪੋਸ਼ਣ ਵਾਲਾ ਪਰਮਾਤਮਾ ਸਭ ਉਹਨੂੰ ਰੋਜੀ ਤਾਂ ਉਹਨੇ ਦੇ ਕੇ ਭੇਜੀ ਹੈ। ਪਹਿਲਾਂ ਦੇਤੋ ਰਿਜ਼ਕ ਸਮਾਹਾ, ਪਾਛੋ ਦੇਤਾ ਜੰਤ ਉਪਾਹਾ। ਰਿਜ਼ਕ ਤਾਂ ਉਹਨੇ ਪਹਿਲਾਂ ਤਿਆਰ ਕੀਤਾ ਹੁੰਦਾ ਪਰਮਾਤਮਾ ਨੇ ਸਾਡਾ ਇੱਥੇ, ਫਿਰ ਸਾਨੂੰ ਇੱਥੇ ਸੰਸਾਰ 'ਤੇ ਹਰੇਕ ਜੀਵ ਨੂੰ ਹੀ, ਚਾਹੇ ਕੋਈ ਵੀ ਹੈ 84 ਲੱਖ ਜੂਨ ਹੈ, ਉਹਦਾ ਪਹਿਲਾਂ ਰਿਜ਼ਕ ਦਾ ਪ੍ਰਬੰਧ ਕਰਦਾ ਪਰਮਾਤਮਾ, ਫਿਰ ਉਹਨੂੰ ਇਸ ਸੰਸਾਰ 'ਤੇ ਭੇਜਦਾ। ਇਹ ਨਹੀਂ ਵੀ ਉਹ ਭੁੱਖਾ ਮਰ ਜੂਗਾ। ਅਤੇ ਬਾਕੀ ਜੋੜਨ ਵਾਲੀ ਜਿਹੜੀ ਅਤੇ ਇਕੱਠਾ ਕਰਨ ਵਾਲੀ ਉਹ ਤਾਂ ਸਬਰ ਸੰਤੋਖ ਹੈ। ਉਹ ਜੇ ਆ ਗਿਆ ਤਾਂ ਠੀਕ ਹੈ, ਨਾ ਆਇਆ ਤਾਂ ਫਿਰ ਕੋਈ ਉਹਦੀ ਲਿਮਟ ਹੀ ਹੈ ਨਹੀਂ। ਤਾਂ ਉਹ ਸਤਿਗੁਰੂ ਪਾਤਸ਼ਾਹ ਕਹਿ ਰਹੇ ਵੀ ਨਿਰਮਲ ਬਾਣੀ ਦੇ ਨਾਲ ਆਉਣੀ ਹੈ, ਕਿ ਬਾਣੀ ਦੇ ਨਾਲ ਜੁੜੀਏ ਤਾਂ ਹੈ ਨਾ। ਅਤੇ ਕਹਿੰਦੇ ਇਹ ਫਿਰ ਸਹਿਮ ਹੈ ਜਿਹੜਾ, ਜਦੋਂ ਜੁੜ ਗਏ ਫਿਰ ਜਿਹੜਾ ਜੁੜ ਗਿਆ ਉਹਦਾ ਜੀਵਨ ਵੀ ਪਵਿੱਤਰ ਹੋ ਜਾਂਦਾ, ਸੰਵਰ ਜਾਂਦਾ, ਸਬਰ ਸੰਤੋਖ ਆ ਜਾਂਦਾ, ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ, ਉਹਦਾ ਸਹਿਮ ਡਰ ਇਹ ਵਹਿਮ ਖਤਮ ਹੋ ਜਾਂਦਾ। ਗੁਰ ਕੈ ਭਾਣੇ ਚੱਲੈ ਦਿਨ ਰਾਤੀ, ਨਾਮ ਚੇਤ ਸੁਖ ਪਾਏਂਦਾ। ਕਹਿੰਦੇ ਉਹ ਮਨੁੱਖ ਦਿਨ ਰਾਤ ਗੁਰੂ ਦੇ ਹੁਕਮ ਦੇ ਵਿੱਚ ਤੁਰਦਾ, ਫਿਰ ਬਾਹਰ ਨਹੀਂ ਜਾਂਦਾ। ਹਰ ਨਾਮ ਨੂੰ ਸਿਮਰ ਕੇ ਉਹ ਆਤਮਕ ਆਨੰਦ ਮਾਣਦਾ। ਫਿਰ ਅੱਗੇ ਫਰਮਾਨ ਹੈ, ਆਪ ਸਰੰਦਾ ਸੱਚਾ ਸੋਈ, ਆਪ ਉਪਾਏ ਖਪਾਏ ਸੋਈ। ਹੇ ਭਾਈ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਅਤੇ ਆਪ ਪੈਦਾ ਕਰਕੇ ਉਹ ਆਪ ਹੀ ਨਾਸ਼ ਕਰਦਾ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਫਿਰ ਫਰਮਾਨ ਹੈ, ਗੁਰਮੁਖ ਹੋਵੈ ਸੋ ਸਦਾ ਸਲਾਹੀ, ਮਿਲ ਸਾਚੇ ਸੁਖ ਪਾਈਂਦਾ। ਕਹਿੰਦੇ ਫਿਰ ਜਿਹੜਾ ਗੁਰੂ ਦੇ ਲੜ ਲੱਗ ਗਿਆ, ਗੁਰਬਾਣੀ ਦੇ ਲੜ ਲੱਗ ਗਿਆ, ਤੇ ਕਹਿੰਦੇ ਉਹ ਸਦਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਸਦਾ ਥਿਰ ਪ੍ਰਭੂ ਦੇ ਚਰਨਾਂ ਦੇ ਵਿੱਚ ਮਿਲ ਕੇ ਉਹ ਆਤਮ ਆਨੰਦ ਮਾਣਦਾ ਹੈ। ਫਿਰ ਅੱਗੇ ਫਰਮਾਨ ਹੈ, ਅਨੇਕ ਯਤਨ ਕਰੇ ਇੰਦਰੀ ਵਸ ਨਾ ਹੋਈ, ਕਾਮ ਕਰੋਧ ਜਲੈ ਸਭ ਕੋਈ। ਕਹਿੰਦੇ ਹੈ ਭਾਈ, ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਹੋਰ ਅਨੇਕਾਂ ਯਤਨ ਵੀ ਮਨੁੱਖ ਕਰੇ ਤਾਂ ਵੀ ਕਹਿੰਦੇ ਕਾਮ ਵਾਸ਼ਨਾ ਜਿਹੜੀ ਇੰਦਰੀ ਕਾਬੂ ਦੇ ਵਿੱਚ ਨਹੀਂ ਆ ਸਕਦੀ। ਕਾਮ ਵਾਸ਼ਨਾ ਜਿਹੜੀ ਉਹ ਕਾਬੂ ਦੇ ਵਿੱਚ ਨਹੀਂ ਆ ਸਕਦੀ। ਧਿਆਨ ਮਾਰ ਕੇ ਵੇਖੋ, ਕਹਿੰਦੇ ਸੋਚ ਕੇ ਵੇਖੋ, ਹਰੇਕ ਜੀਵ ਕਹਿੰਦੇ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ ਸੜ ਰਿਹਾ। ਨਿਗਾਹ ਮਾਰ ਕੇ ਵੇਖ ਲਓ, ਕਹਿੰਦੇ ਲੰਮੀ ਨਿਗਾਹ ਮਾਰ ਕੇ ਵੇਖੋ ਵੀ ਨਹੀਂ ਸੜ ਰਿਹਾ ਤਾਂ ਦੱਸੋ। ਕਹਿੰਦੇ ਇਹਦੇ ਵਿੱਚ ਹੀ ਸੜ ਰਹੇ ਹੈ। ਕਾਮ ਕ੍ਰੋਧ ਜਲੈ ਸਭ ਕੋਈ, ਕਹਿੰਦੇ ਸਾਰੇ ਇਸੇ ਦੇ ਪਿੱਛੇ ਲੱਗੇ ਹੋਏ ਹੈ, ਸੜੀ ਜਾਂਦੇ ਇਹਦੇ ਵਿੱਚ, ਇਹਦੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਭੁੱਜ ਰਹੇ ਹੈ। ਸਤਿਗੁਰ ਸੇਵੇ ਮਨ ਵਸ ਆਵੈ, ਮਨ ਮਾਰੇ ਮਨਹਿ ਸਮਾਏਂਦਾ। ਕਹਿੰਦੇ ਗੁਰੂ ਦੀ ਸ਼ਰਨ ਪਿਆ ਹੀ ਮਨ ਕਾਬੂ ਦੇ ਵਿੱਚ ਆਉਂਦਾ ਹੈ, ਫਿਰ ਹੀ ਇਹਨੂੰ ਨੱਥ ਪੈਣੀ ਹੈ। ਜੇ ਮਨ ਵਿਕਾਰਾਂ ਵੱਲੋਂ ਰੋਕ ਲਿਆ ਜਾਵੇ ਤਾਂ ਮਨੁੱਖ ਅੰਤਰ ਆਤਮੇ ਟਿਕਿਆ ਰਹਿੰਦਾ ਹੈ, ਤੇ ਫਿਰ ਉਹ ਵਿਕਾਰਾਂ ਵੱਲ ਨਹੀਂ ਭਟਕਦਾ,
फिर लास्ट पंक्तियां दे विच फरमान है, मेरा तेरा तुद आपे किया, सब तेरे जंत तेरे सब जिया। हे प्रभु, जीवां दे मन विच मेर तेर तू आप ही पैदा कीती है। सारे जीव जंत तेरे ही पैदा किए हुए हैं। नानक नाम संभाल सदा तू, गुरमति मन वसाएंदा। कहते नानक परमात्मा का नाम सदा याद करता रहो। हे भाई, गुरु की मत उत्ते तुरिया हुण दे रहे ना मत, भाई भी इन्हां दे विकारां दे विच ना सड़, इन्हां चों निकल, बाणी दे गुरबाणी दे लड़ लग। हुणे दे रहे ना मत गुरु साहब, तो जे ग्रहण कर लईए तो समझ लो साडा सुनिया होया तो ये सफला हो जी। तो सतगुरु पातशाह कहते गुरु की मत उत्ते तुरिया प्रभु अपना नाम मनुख के मन के विच वसाउंदा है। तो अज का जिहड़ा हुक्मनामा भी है सवेरे अमृत वेले दा, वो भी यही सी, राम सिमर राम सिमर राम सिमर भाई। ये सी अज हुक्मनामा भी। इस करके पूरा जोर दे के कबीर साहब ने भी अज हुक्म दे विच यही आख्या, भाई नाम सिमरन तो बिना कुछ नहीं होना, इस करके नाम सिमरिया कर। सो अज दे विचारां की समाप्ति है। विचारां करदियां बेअंत उनताइयां हो गई होणियां। सतगुरु पातशाह अते आप संगत बख्शणयोग हो। वाहिगुरू जी का खालसा, वाहिगुरू जी की फतेह।